ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਪੋਲਿਟੀ ਦਾ ਪਾਰਟ 3 ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਪੋਲਿਟੀ ਦੇ 2 ਪਾਰਟ ਕਰ ਚੁੱਕੇ ਹਾਂ, ਜਿਸ ਦੇ ਵਿੱਚ ਅਸੀਂ ਪੰਚਾਇਤੀ ਰਾਜ ਇੰਸਟੀਟਿਊਸ਼ਨ ਨੂੰ ਕਵਰ ਕੀਤਾ ਹੈ। ਅਸੀਂ ਸਿਰਫ ਇੰਪੋਰਟੈਂਟ ਟੌਪਿਕ ਸੀ PPSC ਦੇ ਲਈ ਕਰ ਰਹੇ ਹਾਂ ਸਟਾਰਟ। ਅਤੇ ਹੁਣ ਪੋਲਿਟੀ ਥਰਡ ਲੈਕਚਰ ਹੈ। ਇਸ ਤੋਂ ਪਹਿਲਾਂ ਅਸੀਂ 4 ਲੈਕਚਰ ਜਿਹੜੇ ਹੈ ਆਪਣੇ ਸਾਇੰਸ ਐਂਡ ਟੈਕ ਦੇ ਵੀ ਲੈ ਲਏ ਹੈ, ਅਤੇ ਤੁਸੀਂ ਉਹ ਜ਼ਰੂਰ ਦੇਖ ਲਓ। ਅਤੇ ਸਾਡਾ ਅੱਜ ਦਾ ਟੌਪਿਕ ਹੈ ਸੁਪਰੀਮ ਕੋਰਟ ਦੇ MCQ ਸੀਰੀਜ਼। ਸੋ ਸੁਪਰੀਮ ਕੋਰਟ ਦਾ ਜੋ ਫਸਟ ਕੁਐਸਚਨ ਹੈ, ਸੁਪਰੀਮ ਕੋਰਟ ਆਫ ਇੰਡੀਆ ਕੰਸਿਸਟ ਆਫ ਚੀਫ ਜਸਟਿਸ ਐਂਡ ਕੀ ਕੰਸਿਸਟ ਕਰਦੇ ਆ। ਤੋ ਤੁਹਾਨੂੰ ਪਤਾ ਹੈ ਜਿਵੇਂ ਕਿ ਚੀਫ ਜਸਟਿਸ ਨੂੰ ਮਿਲਾ ਕੇ ਨਾਲ ਹੋਰ ਕੀ ਆ 33 ਜੱਜ ਨੇ। ਟੋਟਲ ਸਟਰੈਂਥ 34 ਹੈ, ਜਿਸ 'ਚ 33 ਜੱਜਿਸ ਨੇ ਅਤੇ +1 ਇੱਕ ਹੈਗਾ ਚੀਫ ਜਸਟਿਸ ਆਫ ਇੰਡੀਆ। ਸੈਕਿੰਡ ਕੁਐਸਚਨ ਹੈਗਾ ਦਾ ਕਰੰਟ ਸੈਂਕਸ਼ਨਡ ਸਟਰੈਂਥ ਆਫ ਜੱਜਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਕਿੰਨੀ ਹੈ 34 ਐਜ਼ ਯੂ ਨੋ, ਉਹਨਾਂ ਨੇ ਹੁਣੇ ਪਿੱਛੇ ਦੱਸਿਆ ਹੈ ਨਾ। ਵੈਨ ਵਾਜ਼ ਦਾ ਸੁਪਰੀਮ ਕੋਰਟ ਇਨੈਗੋਰੇਟਡ ਇਨ ਇੰਡੀਆ, ਕਦੋਂ ਸ਼ੁਰੂ ਹੋਇਆ ਸੁਪਰੀਮ ਕੋਰਟ ਇੰਡੀਆ ਦੇ ਵਿੱਚ, ਕਦੋਂ ਹੋਇਆ ਸੀਗਾ? ਇਹ ਹੋਇਆ 28 ਜਨਵਰੀ 1950 ਨੂੰ, 28 ਜਨ 1950। फोर्थ क्वेश्चन आ सैंक्शन स्ट्रेंथ ऑफ सुप्रीम कोर्ट ऑफ इंडिया। फिर अगेन क्वेश्चन आ गया 34। द स्टेटस ऑफ वुमेन इन इंडिया सोसाइटी वॉज ग्लोरीफाइड बाय जजमेंट ऑफ कोर्ट सैप्टेंबर 2003। तुसी ये कोर्ट की जजमेंट की डेट भी याद रखनी है। द कोर्ट इज़ किसने दी थी? सुप्रीम कोर्ट ने दी सी। ओके, सुप्रीम कोर्ट इन इंडिया वॉज स्टैबलिश्ड बाय, कदों स्टैबलिश्ड होया सुप्रीम कोर्ट ऑफ इंडिया, मतलब किमें स्टैबलिश्ड होया? बाय द एक्ट ऑफ पार्लीमेंट होया, बाय अंडर इंडिपेंडेंस एक्ट 1947 ਦੇ ਵਿੱਚ ਹੋਇਆ, अंडर गौरमेंट ऑफ इंडिया 1953 ਦੇ ਅਕੋਰਡਿੰਗ ਹੋਇਆ, ਜਾਂ ਬਾय द इंडियन कॉन्स्टिट्यूशन ਹੋਇਆ। देखो ਹੁਣ ਤੁਹਾਨੂੰ ਆਹ ਦੋ ਵਿੱਚੋਂ ਕੋਈ ਕਨਫਿਊਜ਼ਨ ਨਹੀਂ ਹੋਊਗੀ। A ਔਰ D 'ਚ ਕਨਫਿਊਜ਼ਨ ਹੋ ਸਕਦੀ ਹੈ, ਲੇਕਿਨ ਇਹਨਾਂ ਜੋ ਸਭ ਤੋਂ ਜ਼ਿਆਦਾ ਡੋਮੀਨੇਟ ਕਰੂੰਗਾ ਉਹ ਕੌਨਸਟੀਟਿਊਸ਼ਨ ਕਰੂੰਗਾ, ਕਿਉਂਕਿ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਹੀ ਬੋਡੀਜ਼ ਨੂੰ ਅਸੀਂ ਇਸਟੈਬਲਿਸ਼ ਕੀਤਾ ਹੈ। ਤਾਂ ਇਸ ਦਾ ਆਂਸਰ ਕਿੰਨਾ ਹੋ ਜਾਊਗਾ? D ਹੋ ਜਾਊਗਾ। ਆਫ ਦਾ ਫੋਲੋਇੰਗ ਸਟੇਟਮੈਂਟ ਵਿਚ ਇਜ਼ ਨਾਟ ਕਰੈਕਟ, ਇੱਥੇ ਨਾਟ ਕਰੈਕਟ ਪੁੱਛਿਆ, ਕਿਹੜੀ ਇਹ 'ਚੋਂ ਗਲਤ ਹੈ। ਸੋ ਸੁਪਰੀਮ ਕੋਰਟ ਵਾਜ਼ ਕੌਨਸਟੀਟਿਊਟਡ ਇਨ 1950, ਬਿਲਕੁਲ ਸਹੀ, ਕਿਉਂਕਿ ਇਸ ਦੇ 28 ਜਨਵਰੀ 1950 ਦੇ ਵਿੱਚ ਇਸ ਨੂੰ ਕੀਤਾ ਸੀ। ਤਾਂ ਇਹ ਸਟੇਟਮੈਂਟ ਤਾਂ ਬਿਲਕੁਲ ਸਹੀ ਹੈ। ਸੁਪਰੀਮ ਕੋਰਟ ਇਜ਼ ਦਾ ਹਾਈਐਸਟ ਕੋਰਟ ਆਫ ਅਪੀਲ ਇਨ ਦਾ ਕੰਟਰੀ, ਬਿਲਕੁਲ ਸਹੀ ਹੈ। ਸਭ ਤੋਂ ਉੱਪਰ ਸੁਪਰੀਮ ਕੋਰਟ ਹੀ ਹੁੰਦਾ, ਉਹ ਹਾਈਐਸਟ ਕੋਰਟ ਆਫ ਅਪੀਲ ਹੁੰਦਾ ਹੈ। ਥਰਡ ਇਜ਼ ਸੁਪਰੀਮ ਕੋਰਟ ਕੈਨ ਹੀਅਰ ਫਰੋਮ ਐਨੀ ਕੋਰਟ ਟ੍ਰਿਬਿਊਨਲ ਐਕਸੈਪਟ ਦਾ ਕੋਰਟ ਆਫ ਮਾਰਸ਼ਲ, ਇਹ ਬਿਲਕੁਲ ਗਲਤ ਆ। ਦੇਖੋ ਉਹ ਨਾ ਕੋਰਟ ਮਾਰਸ਼ਲ ਦੀ ਕੰਪਲੇਂਟਸ ਵੀ ਸੁਣ ਸਕਦਾ ਹੈ। ਬਹੁਤ ਵਾਰ ਹੋਇਆ ਇਸ ਚੀਜ਼ ਕਿ ਜੋ ਆਰਮੀ ਪਰਸਨਲਸ ਹੁੰਦੇ ਆ, ਜੇ ਉਹਨਾਂ ਨਾਲ ਕੋਈ ਧੱਕਾ ਹੁੰਦਾ ਹੈ ਮਾਰਸ਼ਲ ਕੋਰਟ ਦੇ ਵਿੱਚ, ਮਾਰਸ਼ਲ ਕੋਰਟ ਮਤਲਬ ਜੋ ਆਰਮੀ ਦੇ ਆਪਣੇ ਕੋਰਟਸ ਹੁੰਦੇ ਆ, ਤਾਂ ਉਹ ਕੀ ਕਰਦੇ ਆ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕਦੇ। ਇਸ ਕਰਕੇ ਨਾ ਜੋ ਇਸ ਦਾ ਸਹੀ ਹੈ ਉਹ ਸਹੀ ਆ, ਉਹ ਗਲਤ ਹੈ। ਇਸ ਕਰਕੇ ਇਹ ਆਨਸਰ ਸਾਡਾ ਹੋ ਜਾਊਗਾ, ਕਿਉਂਕਿ ਸਾਨੂੰ ਗਲਤ ਪੁੱਛਿਆ ਸੀ ਇਹ ਗਲਤ ਕਿਹੜਾ ਹੈ। ਓਕੇ, ਦ ਪਾਵਰ ਆਫ ਟੂ ਇਨਕਰੀਜ਼ ਦਾ ਨੰਬਰ ਆਫ ਜੱਜਿਸ ਇਨ ਸੁਪਰੀਮ ਕੋਰਟ ਆਫ ਇੰਡੀਆ ਇਜ਼ ਵੈਸਟਡ, ਕਿਸ ਕੋਲ ਹੈ? ਪਾਰਲੀਮੈਂਟ ਕੋਲ। ਪਾਰਲੀਮੈਂਟ ਕੋਲ ਹੀ ਪਾਵਰ ਹੈ ਕਿ ਉਹ ਜੱਜਿਸ ਦੀ ਸਟਰੈਂਥ ਨੂੰ ਇਨਕਰੀਜ਼ ਕਰ ਸਕਦੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਓਰੀਜਨਲੀ ਸੀਗੇ ਉਹ 8 ਜੱਜਿਸ ਸੀਗੇ, ਠੀਕ ਹੈ, 7 ਇਸ ਜੱਜ ਸੀਗੇ ਅਤੇ +1 ਜਿਹੜਾ ਹੋ ਗਿਆ ਸਾਡਾ CGI ਹੋ ਗਏ, ਚੀਫ ਜਸਟਿਸ ਆਫ ਇੰਡੀਆ। ਤਾਂ ਟੋਟਲ 8 ਸਟਰੈਂਥ ਸੀਗੀ। ਇਹ ਇਸ ਵਾਰ ਜਿਹੜਾ ਸੀ ਆਪਣਾ ਸਬ ਇੰਸਪੈਕਟਰ ਦਾ ਪੇਪਰ ਹੋਇਆ ਸੀਗਾ, ਉਸ ਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਓਰੀਜਨਲੀ ਸਟਾਰਟਿੰਗ 'ਚ ਕਿੰਨੀ ਸੀਗੀ, ਤਾਂ 8 ਸੀਗੀ। ਅ ਜੱਜ ਆਫ ਦਾ ਸੁਪਰੀਮ ਕੋਰਟ ਮੇ ਰਿਜ਼ਾਈਨ ਹਿਜ਼ ਆਫਿਸ ਬਾਈ ਰਾਈਟਿੰਗ ਅ ਲੈਟਰ ਟੂ, ਅਗਰ ਜੱਜਸ ਆਫ ਸੁਪਰੀਮ ਕੋਰਟ ਨੇ ਆਪਣਾ ਰੈਜ਼ੀਗਨੇਸ਼ਨ ਦੇਣਾ ਹੈ ਤਾਂ ਕਿਸ ਨੂੰ ਦਊਂਗਾ? ਪ੍ਰੈਜ਼ੀਡੈਂਟ ਨੂੰ ਦਊਂਗਾ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਵੀ ਅਥੋਰਿਟੀ ਅਪੁਆਇੰਟ ਕਰਦਾ ਪ੍ਰੈਜ਼ੀਡੈਂਟ, ਉਸਦੇ ਹੀ ਰੈਜ਼ੀਗਨੇਸ਼ਨ ਵੀ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਹੀ ਲੈਂਦਾ ਹੈ। ਹਾਊ ਕੈਨ ਅ ਜੱਜ ਆਫ ਸੁਪਰੀਮ ਕੋਰਟ ਕੈਨ ਬੀ ਰਿਮੂਵਡ, ਕਿੱਦਾਂ ਕੋਈ ਵੀ ਸੁਪਰੀਮ ਕੋਰਟ ਜੱਜ ਰਿਮੂਵ ਹੋ ਸਕਦਾ? ਬਾਏ ਦਾ ਵਿਲ ਆਫ ਚੀਫ ਜਸਟਿਸ ਆਫ ਇੰਡੀਆ, ਨਹੀਂ। ਬਾਏ ਦਾ ਪ੍ਰੈਜ਼ੀਡੈਂਟ, ਨੋ। ਬਾਏ ਦਾ ਪ੍ਰੈਜ਼ੀਡੈਂਟ ਔਨ ਦਾ ਰੈਕਮੈਂਡੇਸ਼ਨ ਆਫ ਚੀਫ ਜਸਟਿਸ ਆਫ ਸੁਪਰੀਮ ਕੋਰਟ, ਜਾਂ ਬਾਏ ਦਾ ਪ੍ਰੈਜ਼ੀਡੈਂਟ ਔਨ ਦਾ ਰੈਕਮੈਂਡੇਸ਼ਨ ਆਫ ਪਾਰਲੀਮੈਂਟ। ਇਸ ਦਾ ਆਂਸਰ D ਹੋਏਗਾ, C ਵੀ ਨਹੀਂ ਹੋਏਗਾ, ਠੀਕ ਹੈ। ਰਿਮੂਵਿੰਗ ਟਾਈਮ ਦਾ ਉਸਦੀ ਕਿਆ ਹੁੰਦਾ? ਉਸਦੀ ਇੰਪੀਚਮੈਂਟ ਹੁੰਦੀ ਹੈ, ਜਿਵੇਂ ਪ੍ਰੈਜ਼ੀਡੈਂਟ ਦੀ ਹੁੰਦੀ ਹੈ। ਅ ਜੱਜ ਆਫ ਸੁਪਰੀਮ ਕੋਰਟ ਕੈਨ ਬੀ ਰਿਮੂਵਡ ਬਾਏ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਆਫਟਰ, ਕਦੋਂ ਕਰੂੰਗਾ? ਐਨ ਅੰਪੀਚਡ ਬਾਏ ਦਾ ਪਾਰਲੀਮੈਂਟ, ਜਦੋਂ ਅੰਪੀਚ ਹੋ ਜਾਊਗਾ ਉਸ ਟਾਈਮ ਕਰੂੰਗਾ। CBI ਦੀ ਕੋਈ ਇਨਕੁਆਇਰੀ ਨਹੀਂ ਹੋਊਗੀ, ਚੀਫ ਜਸਟਿਸ ਆਫ ਇੰਡੀਆ ਦੀ ਕੋਈ ਇਨਕੁਆਇਰੀ ਨਹੀਂ ਹੋਊਗੀ, ਰਿਪੋਰਟ ਕੋਈ ਨਹੀਂ ਹੋਊਗੀ। ਤੇ ਏਜ ਆਫ ਰਿਟਾਇਰਮੈਂਟ ਇਨ ਦਾ ਸੁਪਰੀਮ ਕੋਰਟ ਕਿੰਨੀ ਏਜ ਹੋਊਗੀ ਰਿਟਾਇਰਮੈਂਟ ਦੀ? 65 ਈਅਰਸ।
ਇਹ ਸੁਪਰੀਮ ਕੋਰਟ ਦੀ ਹੈ, 62 ਈਅਰਸ ਜਿਹੜੀ ਹੈਗੀ ਆ ਉਹ ਹਾਈ ਕੋਰਟ ਦੀ ਆ। ਠੀਕ ਹੈ, ਇਹ ਕਿਹਦੀ ਹੈ? ਸੁਪਰੀਮ ਕੋਰਟ ਦੀ ਆ। ਨੈਕਸਟ ਇਜ਼ ਸੈਲਰੀ ਔਰ ਜੱਜਿਸ ਆਫ ਦ ਸੁਪਰੀਮ ਕੋਰਟ ਆਰ ਡਿਟਰਮਾਈਨਡ ਬਾਏ, ਕੌਣ ਡਿਸਾਈਡ ਕਰਦਾ ਹੈ? ਪਾਰਲੀਮੈਂਟ ਡਿਸਾਈਡ ਕਰਦਾ ਹੈ। ਠੀਕ ਹੈ। ਜੱਜਿਸ ਆਫ ਦ ਸੁਪਰੀਮ ਕੋਰਟ ਆਫਟਰ ਰਿਟਾਇਰਮੈਂਟ ਆਰ ਪਰਮਿਟਡ ਟੂ ਕੈਰੀ ਔਨ ਪ੍ਰੈਕਟਿਸ ਬਿਫੋਰ, ਜਦੋਂ ਸੁਪਰੀਮ ਕੋਰਟ ਆਫ ਇੰਡੀਆ ਦਾ ਜੱਜ ਜਿਹੜਾ ਰਿਟਾਇਰ ਹੋ ਜਾਂਦਾ ਕਿ ਉਹਨੂੰ ਕਿਸ ਮੂਹਰੇ ਪ੍ਰੈਕਟਿਸ ਕਰਨ ਦਾ ਅਧਿਕਾਰ ਹੈ? ਕਿਆ ਸਿਰਫ ਸੁਪਰੀਮ ਕੋਰਟ ਦੇ ਮੂਹਰੇ, ਜਾਂ ਸਿਰਫ ਹਾਈ ਕੋਰਟ ਦੇ ਮੂਹਰੇ, ਜਾਂ ਸੁਪਰੀਮ ਕੋਰਟ ਹਾਈ ਕੋਰਟ ਦੋਨਾਂ, ਜਾਂ ਨਨ ਆਫ ਕੋਰਟ? ਕਿਸੇ ਵੀ ਕੋਰਟ 'ਚ ਨਹੀਂ ਹੁੰਦੀ ਹੈਗੀ। ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਜੋ ਹਾਈ ਕੋਰਟ ਦਾ ਜੱਜ ਹੁੰਦਾ ਹੈ, ਅਗਰ ਉਹ ਰਿਟਾਇਰ ਹੁੰਦਾ ਹੈ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਕਰ ਸਕਦਾ ਪ੍ਰੈਕਟਿਸ, ਕਿਉਂਕਿ ਕੋਈ ਵੀ ਜੱਜ ਅਗਰ ਰਿਟਾਇਰ ਹੁੰਦਾ ਉਹ ਆਪਣੀ ਅਥੋਰਿਟੀ 'ਚ ਨਹੀਂ ਕਰ ਸਕਦਾ, ਅਤੇ ਆਪਣੇ ਜੋ ਨੀਚੇ ਵਾਲੀ ਅਥੋਰਿਟੀ ਹੈ, ਮੰਨ ਲਓ ਕੋਈ ਹਾਈ ਕੋਰਟ ਦਾ ਜੱਜ ਰਿਟਾਇਰ ਹੁੰਦਾ ਹੈ ਤਾਂ ਉਹ ਨਾ ਹਾਈ ਕੋਰਟ 'ਚ ਕਰ ਸਕਦਾ ਮੁੜ ਕੇ ਜੋਬ, ਨਾ ਉਹ ਥੱਲੇ ਜੋ ਸਾਡੇ ਸਬੋਰਡੀਨੇਟ ਕੋਰਟਸ ਹੁੰਦੇ ਆ ਨਾ ਉਹਨਾਂ 'ਚ ਜੋਬ ਕਰ ਸਕਦਾ। ਉਹ ਸਿਰਫ ਐਂਡ ਸਿਰਫ ਸੁਪਰੀਮ ਕੋਰਟ 'ਚ ਹੀ ਕਰ ਸਕਦਾ, ਕਿਉਂਕਿ ਆਪਣੀ ਹਾਈਐਸਟ ਅਥੋਰਿਟੀ 'ਚ ਤੁਸੀਂ ਕਰ ਸਕਦੇ ਹੋ ਲੇਕਿਨ ਥੱਲੇ ਨਹੀਂ ਕਰ ਸਕਦੇ। ਇੱਦਾਂ ਹੀ ਸਾਡਾ ਸੁਪਰੀਮ ਕੋਰਟ ਦੇ ਜੱਜ, ਹੁਣ ਸੁਪਰੀਮ ਕੋਰਟ ਸਭ ਤੋਂ ਹਾਈਐਸਟ ਅਪੀਲ ਹੈ, ਜਾਂ ਉੱਥੇ ਦਾ ਜੱਜ ਰਿਟਾਇਰ ਹੁੰਦਾ ਤਾਂ ਕਿਤੇ ਵੀ ਉਹ ਪ੍ਰੈਕਟਿਸ ਨਹੀਂ ਕਰ ਸਕਦਾ, ਇਸ ਕਰਕੇ ਉਹ ਨਨ ਆਫ ਦਾ ਕੋਰਟ ਆਊਗਾ। ਐਕਟਿੰਗ ਚੀਫ ਜਸਟਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਅਪੁਆਇੰਟਡ ਬਾਏ, ਕੌਣ ਅਪੁਆਇੰਟ ਕਰਦਾ ਹੈ? ਐਕਟਿੰਗ ਚੀਫ ਜਸਟਿਸ ਆਫ ਇੰਡੀਆ ਪ੍ਰੈਜ਼ੀਡੈਂਟ ਕਰਦਾ। ਓਕੇ, ਦ ਜੱਜਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਅਪੁਆਇੰਟਡ ਬਾਏ ਦਾ ਪ੍ਰੈਜ਼ੀਡੈਂਟ, ਕਿਵੇਂ ਅਪੁਆਇੰਟ ਹੁੰਦਾ ਹੈ? ਇਨ ਦਾ ਕੰਸਲਟੇਸ਼ਨ ਆਫ ਦਾ ਚੀਫ ਜਸਟਿਸ ਆਫ ਇੰਡੀਆ ਆਫ ਸੁਪਰੀਮ ਕੋਰਟ, ਇਹਦੇ ਨਾਲ ਹੀ ਹੁੰਦਾ। ਓਕੇ, ਨਾ ਕੋਈ ਰੈਕਮੈਂਡੇਸ਼ਨ ਨਹੀਂ ਹੁੰਦੀ, ਆਟੋਨਮਸ ਬੋਡੀ ਹੁੰਦੀ ਹੈ ਇਹ। ਐਡ ਹੋਕ ਜੱਜਿਸ ਆਰ ਅਪੁਆਇੰਟਡ ਇਨ ਦਾ ਸੁਪਰੀਮ ਕੋਰਟ ਵੈਨ, ਕਦੋਂ ਹੁੰਦਾ? ਸਮ ਜੱਜਿਸ ਗੋ ਔਨ ਲੌਂਗ ਲੀਵ, ਜਦੋਂ ਕੋਈ ਜੱਜ ਲੀਵ 'ਤੇ ਚੱਲ ਜਾਂਦੇ ਆ। ਨੋ ਵਨ ਇਜ਼ ਅਵੇਲੇਬਲ ਫॉर ਪਰਮਾਨੈਂਟ ਅਪੁਆਇੰਟਮੈਂਟ, ਜਦੋਂ ਕੋਈ ਅਵੇਲੇਬਲ ਨਹੀਂ ਹੁੰਦਾ ਅਪੁਆਇੰਟਮੈਂਟ ਵਾਸਤੇ। ਦੇਰ ਇਜ਼ ਅਬਨੋਰਮਲ ਇਨਕਰੀਜ਼ ਇਨ ਕੇਸਿਸ, ਜਦੋਂ ਬਹੁਤ ਸਾਰੇ ਕੇਸਿਸ ਪੈਂਡਿੰਗ ਹੋ ਜਾਂਦੇ ਉਦੋਂ। ਦੇਰ ਇਜ਼ ਨੋ ਕੋਰਮ ਜੱਜਿਸ ਅਵੇਲੇਬਲ ਟੂ ਦਾ ਹੋਲਡ, ਇਹ ਬਿਲਕੁਲ ਸਹੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੋਟਲ 7 ਜੱਜਿਸ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਜੱਜਮੈਂਟ ਨੂੰ ਦੇਣ ਵੇਲੇ। ਇਹ ਕੋਰਮ ਹੁੰਦਾ 7 ਦਾ, ਅਗਰ ਇਸ ਤੋਂ ਘੱਟ ਹੈ ਤਾਂ ਐਡ ਹੋਕ ਜੱਜਿਸ ਨੂੰ ਅਪੁਆਇੰਟ ਕਰਦੇ ਆ। ਠੀਕ ਹੈ, ਜਿਸ ਨਾਲ ਸਾਡਾ ਸਭ ਕੁਝ ਚੱਲਦਾ ਹੈ। ਠੀਕ ਹੈ, ਸੋ ਅੱਜ ਲਈ ਇੰਨਾ ਹੀ ਆ। ਥੈਂਕ ਯੂ ਸੋ ਮਚ। ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਅਤੇ ਸ਼ੇਅਰ ਕਰੋ, ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਾਂਗੇ ਤੁਹਾਨੂੰ ਬਹੁਤ